ਕਿ ਸਾਨੂੰ ਵੀ ਰੈਗੂਲਰਾਈਜੇਸ਼ਨ ਦਾ ਨੋਟੀਫਿਕੇਸ਼ਨ ਸੀਗਾ, ਲੇਕਿਨ ਇਹਦੇ ਬਾਵਜੂਦ ਵੀ ਅਸੀਂ ਉਹਦੇ ਵਿੱਚ ਨਹੀਂ ਆਏ। ਇਸ ਨੋਟੀਫਿਕੇਸ਼ਨ 'ਚ ਮੈਂਸ਼ਨ ਹੋਣ ਦੇ ਬਾਵਜੂਦ ਵੀ ਅਸੀਂ ਇਹਦੇ ਵਿੱਚ ਨਹੀਂ ਆਏ। ਸਾਡੇ ਨਾਲ ਠੱਗੀ ਹੋ ਗਈ। ਕੋਡ ਆਫ ਕੰਡਕਟ ਲੱਗਣ ਵਾਲਾ ਆ ਤੇ ਕਿਤੇ ਟਾਲਮ ਟੋਨ ਵਾਲੀ ਨੀਤੀ ਨਾ ਹੋਵੇ ਤੇ ਅਸੀਂ ਰਹਿ ਜਾਈਏ। ਪਹਿਲਾਂ ਸਾਡਾ ਪੇਪਰ ਹੋਇਆ, ਸਾਡੀ ਡੈਮੋ ਹੋਈ, ਇੰਟਰਵਿਊ ਹੋਇਆ। ਪੰਜਾਬ 'ਚ ਜਿੰਨੇ ਵੀ ਐਗਜ਼ਾਮ ਹੁੰਦੇ ਸਭ ਤੋਂ ਔਖਾ ਸੀਗਾ ਸਾਡਾ ਪ੍ਰੋਸੀਜਰ। ਅਸੀਂ ਹਜੇ ਵੀ ਕੰਟਰੈਕਟ 'ਤੇ ਹੀ ਨੌਕਰੀ ਕਰ ਰਹੇ ਹਾਂ। ਸਾਡਾ ਬਹੁਤ ਸਾਰਾ ਸਟਾਫ UGC ਕੁਆਲੀਫਾਈਡ ਆ, MEd ਕੁਆਲੀਫਾਈਡ ਆ, MPhil ਕੁਆਲੀਫਾਈਡ ਆ, 골ਡ ਮੈਡਲਿਸਟ ਬੰਦੇ ਸਾਡੇ ਨਾਲ ਪੜ੍ਹਾ ਰਹੇ ਆ। ਇਸ ਤੋਂ ਵੱਧ ਕੁਆਲੀਫਿਕੇਸ਼ਨ ਮੈਨੂੰ ਨਹੀਂ ਲੱਗਦਾ ਕਿ ਕਿਸੇ ਹੋਰ ਸਟਾਫ ਦੀ ਜਾਂ ਕਿਤੇ ਵੀ ਹੈ। ਤੇ ਜੇ ਇਹ ਸਟਾਫ ਨਹੀਂ ਪੱਕਾ ਹੋ ਸਕਦਾ ਤੇ ਫਿਰ ਪਤਾ ਨਹੀਂ। ਸਿੱਧੂ ਸਰ ਜੀ ਨੂੰ ਮੈਨੂੰ ਤਾਂ ਇਹ ਰਿਕੁਐਸਟ ਹੈ ਕਿ ਜੇ ਤੁਸੀਂ ਸਪੋਰਟ ਕਰਨਾ ਹੈ ਤਾਂ ਐਟਲੀਸਟ ਆਪਣੇ ਸ਼ਿਕਸ਼ਕਾਂ ਨੂੰ ਕਰੋ। ਆਪਣੇ ਘਰ ਦਾ ਤੁਹਾਨੂੰ ਪਤਾ ਨਹੀਂ ਹੈਗਾ, ਤੁਸੀਂ ਬਾਹਰ ਦੇ ਘਰ ਨੂੰ ਜਾ ਕੇ ਸਪੋਰਟ ਕਰ ਰਹੇ ਹੈਗੇ ਹੋ। ਕਿਹੜੀ ਗੱਲ ਉਹਨਾਂ ਨੂੰ ਰੋਕ ਰਹੀ ਆ, ਕਿਹੜੀ ਗੱਲ ਤੇ ਉਹ ਮੁੱਕਰ ਰਹੇ ਆ, ਸਾਨੂੰ ਅੱਜ ਤੱਕ ਕੁਝ ਸਪਸ਼ਟੀਕਰਨ ਜਿਹੜਾ ਉਹ ਨਹੀਂ ਹੋਇਆ। ਓਵਰਆਲ ਦੇਖਿਆ ਜਾਵੇ ਤੇ ਪੰਜਾਬ ਨੂੰ ਸਿਰਫ ਲੁੱਟਿਆ ਇਹਨਾਂ ਨੇ, ਹੋਰ ਕੁਝ ਨਹੀਂ ਕੀਤਾ ਹੈਗਾ। 2-3 ਮਹੀਨੇ ਪਹਿਲਾਂ ਇਹ ਸਰਕਾਰ ਬਣੀ ਹੈ ਵਾਲੀ ਚੰਨੀ ਸਰਕਾਰ, ਆਮ ਆਦਮੀ ਕਹਿੰਦੇ ਉਹ ਆਪਣੇ ਆਪ ਨੂੰ। ਸਾਨੂੰ ਉਸ ਗੱਲ ਤੇ ਯਕੀਨ ਨਹੀਂ ਆ ਰਿਹਾ ਕਿ ਇਹ ਵਾਕਈ ਆਮ ਆਦਮੀ ਹੈ ਕਿ ਨਹੀਂ ਹੈ, ਕਿਉਂਕਿ ਸਾਨੂੰ ਮਿਲੇ ਨਹੀਂ। ਤੁਸੀਂ ਦੇਖ ਰਹੇ ਹੋ ਦੇਸ਼ ਪ੍ਰਦੇਸ਼ ਟੀਵੀ ਤੇ ਮੈਂ ਹਾਂ ਅਨੂਜਾ ਸ਼ਰਮਾ। ਸਿਆਸਤ ਭਖਦੀ ਜਾ ਰਹੀ ਹੈ ਤੇ ਜਿਵੇਂ ਜਿਵੇਂ ਸਿਆਸਤ ਭਖਦੀ ਜਾ ਰਹੀ ਹੈ, ਲੋਕਾਂ ਦੇ ਜਿਹੜੇ ਸਵਾਲ ਨੇ ਉਹ ਵੀ ਭਖਦੇ ਜਾ ਰਹੇ ਨੇ। ਅੱਜ ਅਸੀਂ ਮੁੱਦਿਆਂ ਬਾਰੇ ਗੱਲ ਨਹੀਂ ਕਰਾਂਗੇ, ਲੇਕਿਨ ਸਵਾਲਾਂ ਬਾਰੇ ਗੱਲ ਜ਼ਰੂਰ ਕਰਾਂਗੇ ਕਿ ਜਿਹੜੇ ਸਵਾਲ ਨੇ ਉਹ ਕੀ ਨੇ ਤੇ ਕਿਉਂ ਨੇ। ਕਿਉਂਕਿ ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ 24 ਘੰਟੇ ਜਿਹੜੇ ਆ ਅਵੇਲੇਬਲ ਰਵਾਂਗੇ, ਬਿਸਤਰੇ ਡਾਵਾਂਗੇ ਆਫਿਸਾਂ ਦੇ ਵਿੱਚ ਤੇ ਲੋਕਾਂ ਲਈ 24 ਘੰਟੇ ਅਵੇਲੇਬਲ ਰਵਾਂਗੇ। ਸਾਡੇ ਨਾਲ ਇਸ ਵਕਤ ਮੈਰੀਟੋਰੀਅਸ ਸਕੂਲ ਦੇ ਅਧਿਆਪਕ ਮੌਜੂਦ ਨੇ। ਕੀ ਮੰਗਾਂ ਨੇ, ਕੀ ਸਵਾਲ ਨੇ, ਇਹਨਾਂ ਤੋਂ ਪੁੱਛਾਂਗੇ। ਮੈਮ, ਕੀ ਸਵਾਲ ਨੇ ਤੁਹਾਡੇ ਪਹਿਲੇ ਸਰਕਾਰਾਂ ਤੋਂ? ਜੀ, ਪਹਿਲੀ ਗੱਲ ਤੇ ਸਰਕਾਰ ਤੋਂ ਸਾਡਾ ਇਹੀ ਸਵਾਲ ਹੈ ਕਿ ਜਿਹੜਾ ਉਹਨਾਂ ਨੇ ਨੋਟੀਫਿਕੇਸ਼ਨ 2018 ਵਿੱਚ ਜਾਰੀ ਕੀਤਾ ਸੀਗਾ ਕਿ ਅਸੀਂ ਤੁਹਾਨੂੰ ਡਿਪਾਰਟਮੈਂਟ ਵਿੱਚ ਜਿੱਦਾਂ SSA ਰਮਸਾ ਲਈ ਸੀਗਾ ਕਿ ਸਾਨੂੰ ਵੀ ਰੈਗੂਲਰਾਈਜੇਸ਼ਨ ਦਾ ਨੋਟੀਫਿਕੇਸ਼ਨ ਸੀਗਾ, ਲੇਕਿਨ ਇਹਦੇ ਬਾਵਜੂਦ ਵੀ ਅਸੀਂ ਉਹਦੇ ਵਿੱਚ ਨਹੀਂ ਆਏ। ਦੈਨ ਉਹਦੇ ਬਾਅਦ ਹੁਣ ਸਾਨੂੰ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਬੋਲਦੇ ਹੋਏ ਤੇ ਸਰਕਾਰ ਸਾਨੂੰ ਇਸ ਚੀਜ਼ ਦਾ ਕੋਈ ਜਵਾਬ ਨਹੀਂ ਦੇ ਰਹੀ। ਅਸੀਂ ਹੁਣ ਥੱਕ ਚੁੱਕੇ ਹਾਂ, ਮੈਂ ਤਾਂ ਹੁਣ ਥੱਕ ਚੁੱਕੀ ਹਾਂ ਕਹਿ ਕੇ ਕਿ ਸਰਕਾਰ ਕਿ ਸਾਨੂੰ ਰੈਗੂਲਰ ਕਰ ਰਹੀ ਹੈ ਕਿ ਤਾਂ ਕਿਉਂ ਨਹੀਂ ਰੈਗੂਲਰ ਕਰ ਰਹੀ ਹੈ। ਤੇ ਸਾਨੂੰ ਰੈਗੂਲਰ ਕਰਨਾ ਸਾਡਾ ਜਾਇਜ਼ ਹੱਕ ਹੈ। 6 ਸਾਲ ਹੋ ਗਿਆ ਸਾਡੇ ਤੋਂ ਪਹਿਲਾਂ, ਮਤਲਬ ਸਕੂਲ ਬਣੇ ਨੂੰ 7 ਸਾਲ ਹੋ ਚੁੱਕੇ ਨੇ। ਹਰ ਇੱਕ ਟੀਚਰ ਦਾ ਆਪਣਾ ਇੱਕ ਹੱਕ ਹੈਗਾ ਕਿ ਉਹ ਰੈਗੂਲਰ ਹੋਵੇ। ਤੇ ਇਹ ਮੈਂ ਕਹਿ ਰਹੀ ਹਾਂ ਕਿ ਸਰਕਾਰ ਜੇ ਰੈਗੂਲਰ ਕਰਨਾ ਹੈ ਤਾਂ ਸਾਨੂੰ ਰੈਗੂਲਰ ਕਰੇ, ਜੇ ਨਹੀਂ ਕਰਨਾ ਚਾਹੁੰਦੀ ਤਾਂ ਕਿਉਂ ਨਹੀਂ ਕਰਨਾ ਚਾਹੁੰਦੇ। ਮੈਮ, ਇੱਕ ਚੀਜ਼ ਹੋਰ ਮੈਂ ਦੇਖ ਰਹੀ ਹਾਂ, ਤੁਹਾਡੇ ਹੱਥ ਦੇ ਵਿੱਚ ਇੱਕ ਲੈਟਰ ਫੜੀ ਹੋਈ ਹੈ। ਇਹ ਕੀ ਹੈਗੀ ਹੈ? ਕਿਸ ਤਰੀਕੇ ਨਾਲ ਇਹਦੇ ਵਿੱਚ ਤੁਹਾਡੀ ਕੀ ਮੰਗ ਹੈਗੀ ਇਹਦੇ ਰਾਹੀਂ ਤੁਹਾਡੀ? ਐਕਚੁਅਲੀ ਇਹ ਨੋਟੀਫਿਕੇਸ਼ਨ ਹੈ ਜਿਹੜਾ 2018 ਦੇ ਵਿੱਚ OPC ਜਿਹੜੇ ਸੋਨੀ ਜਦੋਂ ਉਸ ਟਾਈਮ ਐਜੂਕੇਸ਼ਨ ਮਿਨਿਸਟਰ ਸੀਗੇ ਉਹਨਾਂ ਨੇ ਜਾਰੀ ਕੀਤਾ ਸੀਗਾ ਕਿ SSA ਰਮਸਾ ਇਹਦੇ ਵਿੱਚ ਮੈਂਸ਼ਨ ਹੈਗਾ ਆ ਕਿ ਕਿਹੜੇ ਕੈਡਰ ਇਸ ਵਿੱਚ ਕੀ ਹੋਣਗੇ, ਰੈਗੂਲਰ ਹੋਣਗੇ। ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਵਿੱਚ ਮੈਰੀਟੋਰੀਅਸ ਸਕੂਲ ਮੈਂਸ਼ਨ ਹੈਗਾ ਆ। ਇਸ ਨੋਟੀਫਿਕੇਸ਼ਨ 'ਚ ਮੈਂਸ਼ਨ ਹੋਣ ਦੇ ਬਾਵਜੂਦ ਵੀ ਅਸੀਂ ਇਹਦੇ ਵਿੱਚ ਨਹੀਂ ਆਏ। ਇਹਨਾਂ ਨੇ ਫਿਰ ਸਾਡਾ ਨਾਮ ਜਿੱਦਾਂ ਕਹਿ ਲਓ ਕਿ ਚੱਕ ਦਿੱਤਾ ਜਾਂ ਜਿੱਦਾਂ ਹੈ, ਸਾਨੂੰ ਇਹਨਾਂ ਨੇ ਰੈਗੂਲਰ ਨਹੀਂ ਕੀਤਾ। ਅਸੀਂ ਇਸ ਨੋਟੀਫਿਕੇਸ਼ਨ 'ਤੇ ਹੀ ਬਦੌਲਤ ਚਾਹੁੰਦੇ ਹਾਂ ਕਿ ਅਸੀਂ ਰੈਗੂਲਰ ਹੋਈਏ। ਸਰ, ਮੈਂ ਲਗਾਤਾਰ ਦੇਖਦੀ ਹਾਂ ਜਿਸ ਵਕਤ ਭਾਵੇਂ ਚੰਨੀ ਸਾਹਿਬ ਹੋਣ, ਭਾਵੇਂ ਨਵਜੋਤ ਸਿੰਘ ਸਿੱਧੂ ਸਾਹਿਬ ਹੋਣ, ਜਿਸ ਵਕਤ ਆਪਣੀ ਪੋਸਟ ਕਰਦੇ ਨੇ ਉਹਨਾਂ ਤੇ ਤੁਹਾਡੇ ਕੁਝ ਸਵਾਲ ਹੁੰਦੇ ਨੇ। ਤੁਸੀਂ ਕਹਿੰਦੇ ਹੋ ਕਿ ਮੈਰੀਟੋਰੀਅਸ ਸਕੂਲ ਦੇ ਜਿਹੜੇ ਅਧਿਆਪਕ ਨੇ ਉਹਨਾਂ ਵੱਲ ਗੌਰ ਕੀਤਾ ਜਾਏ। ਕਿਹੜੇ ਮੁੱਦੇ ਨੇ ਜਿਨ੍ਹਾਂ ਤੇ ਗੌਰ ਕਰਨ ਦੀ ਲੋੜ ਹੈਗੀ ਹੈ ਤੇ ਸਰਕਾਰਾਂ ਨਹੀਂ ਕਰ ਰਹੀਆਂ ਨੇ? ਦੇਖੋ, ਰਿਗਾਰਡਿੰਗ ਰੈਗੂਲਰਾਈਜੇਸ਼ਨ ਸਾਡੀ ਪਹਿਲੀ ਮੰਗ ਹੈਗੀ ਕਿ ਸਾਨੂੰ ਰੈਗੂਲਰਾਈਜ਼ ਕੀਤਾ ਜਾਵੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ। ਤੇ ਇਹਦੇ ਰਿਗਾਰਡਿੰਗ ਅਸੀਂ ਹਰ ਕੈਬਨਿਟ ਮਿਨਿਸਟਰ ਨੂੰ ਮਿਲੇ ਹਾਂ, ਅਸੀਂ ਪ੍ਰਗਟ ਸਿੰਘ ਜੀ ਨੂੰ ਮਿਲੇ ਹਾਂ, ਇਸ ਤੋਂ ਪਹਿਲਾਂ ਸੋਨੀ ਜੀ ਨੂੰ ਮਿਲੇ ਸੀ, ਅਸੀਂ ਸਿੱਧੂ ਸਾਹਿਬ ਨੂੰ ਵੀ ਮਿਲੇ ਹਾਂ, ਲੇਕਿਨ ਸਾਡੀ ਡਿਮਾਂਡ ਉੱਥੇ ਦੀ ਉੱਥੇ ਹੀ ਆ, ਸਾਨੂੰ ਰੈਗੂਲਰਾਈਜ਼ ਨਹੀਂ ਕੀਤਾ ਗਿਆ। ਤੇ 2018 ਵਾਲਾ ਤੁਸੀਂ ਨੋਟਿਸ ਦੇਖਿਆ ਹੈਗਾ, ਇਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਸੀ ਕਿ ਇਹ ਸੁਸਾਇਟੀਆਂ ਜਿਹੜੀਆਂ ਹੈਗੀਆਂ ਰਮਸਾ, ਮੈਰੀਟੋਰੀਅਸ, SSA, ਇਹਨਾਂ ਨੂੰ ਰੈਗੂਲਰ ਕੀਤਾ ਜਾਏਗਾ, ਲੇਕਿਨ ਇਹਨਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ। ਔਰ ਸਾਡਾ ਜਿਹੜਾ ਨੋਟੀਫਿਕੇਸ਼ਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨਾਮ ਲਿਖਿਆ ਹੋਇਆ, ਲੇਕਿਨ ਸਾਡੇ ਨਾਲ ਠੱਗੀ ਹੋ ਗਈ। ਸਾਨੂੰ 2018 ਦਾ ਨੋਟੀਫਿਕੇਸ਼ਨ ਦੇ ਕੇ ਸਾਨੂੰ ਕਿਹਾ ਗਿਆ ਤੁਸੀਂ ਬੇਸਿਕ ਸੈਲਰੀ 'ਤੇ ਆ ਜਾਓ ਤੇ ਤੁਹਾਨੂੰ ਅਸੀਂ ਪੱਕੇ ਕਰ ਦਾਂਗੇ। ਅਸੀਂ ਲਿਖ ਕੇ ਵੀ ਦੇ ਦਿੱਤਾ, ਕਲਿੱਕ ਵੀ ਕਰਤਾ ਔਨਲਾਈਨ, ਲੇਕਿਨ ਗੱਲ ਉੱਥੇ ਦੀ ਉੱਥੇ ਹੀ ਹੈ, ਸਾਨੂੰ ਰੈਗੂਲਰ ਨਹੀਂ ਕੀਤਾ ਗਿਆ। ਤੇ ਹੁਣ ਸਾਡੀ ਡਿਮਾਂਡ ਜਿਹੜੀ ਆ ਉਹ ਅਸੀਂ ਉਹਨੂੰ ਵੱਖ-ਵੱਖ ਪਲੇਟਫਾਰਮ 'ਤੇ ਮੰਗ ਰਹੇ ਹਾਂ, ਜਾ ਰਹੇ ਹਾਂ। ਪ੍ਰਗਟ ਸਿੰਘ ਜੀ ਨੂੰ ਬਹੁਤ ਵਾਰੀ ਮਿਲੇ ਆ, ਚੰਡੀਗੜ੍ਹ ਮਿਲੇ ਆ, ਇੱਥੇ ਰੈਜ਼ੀਡੈਂਸ ਜਿਹੜਾ ਹੈਗਾ ਉੱਥੇ ਵੀ ਮਿਲੇ ਆ, ਲੇਕਿਨ ਸਾਡੀ ਡਿਮਾਂਡ ਜਿਹੜੀ ਉਹ ਪੂਰੀ ਨਹੀਂ ਹੋਈ। ਜਿਸ ਵਕਤ ਤੁਸੀਂ ਪ੍ਰਗਟ ਸਿੰਘ ਸਾਹਿਬ ਨੂੰ ਮਿਲਣ ਜਾਂਦੇ ਹੋ, ਕਿਉਂਕਿ ਸਾਡੇ ਸਿੱਖਿਆ ਮੰਤਰੀ ਨੇ ਇਸ ਵੇਲੇ, ਕੀ ਕਹਿੰਦੇ ਨੇ ਉਹ? ਕੀ ਰਵੱਈਆ ਰਹਿੰਦਾ ਹੈ ਉਹਨਾਂ ਦਾ? ਕੋਈ ਹੱਲ ਕੱਢ ਕੇ ਦੇਣ ਦੀ ਗੱਲ ਨਹੀਂ ਕਰਦੇ? ਜੀ, ਉਹਨਾਂ ਦਾ ਰਵੱਈਆ ਇਹੀ ਰਹਿੰਦਾ ਆ ਕਿ ਤੁਹਾਡਾ ਕੰਮ ਚੱਲ ਰਿਹਾ, ਲੇਕਿਨ ਸਾਨੂੰ ਕੁਝ ਕੰਕਰੀਟ ਕਦੀ ਦੇਖਣ ਨੂੰ ਨਹੀਂ ਮਿਲਿਆ ਕਿ ਕੀ ਕੰਮ ਚੱਲ ਰਿਹਾ। ਅਸੀਂ ਦੇਖਦੇ ਹਾਂ ਹਰ ਵਾਰੀ ਕਿ
ਧਰਨਾ ਲਾਈਦਾ ਆ, ਮੀਟਿੰਗ ਮਿਲਦੀ ਆ, ਸਵਾਲ ਪੁੱਛਦੇ ਹਾਂ ਆਪਾਂ ਉਹਨਾਂ ਕੋਲੋਂ ਤੇ ਜਵਾਬ ਇਹੀ ਹੁੰਦਾ ਕਿ ਤੁਹਾਡਾ ਕੰਮ ਚੱਲ ਰਿਹਾ। ਲੇਕਿਨ ਸਾਨੂੰ ਇਸ ਗੱਲ ਦਾ ਡਰ ਹੈਗਾ ਕਿ ਕੋਡ ਆਫ ਕੰਡਕਟ ਲੱਗਣ ਵਾਲਾ ਆ ਤੇ ਕਿਤੇ ਟਾਲਮ ਟੋਨ ਵਾਲੀ ਨੀਤੀ ਨਾ ਹੋਵੇ ਤੇ ਅਸੀਂ ਰਹਿ ਜਾਈਏ, ਕਿਉਂਕਿ 7 ਸਾਲ ਸਾਨੂੰ ਆਲਰੇਡੀ ਹੋ ਗਏ ਆ ਤੇ ਜੇਕਰ ਹੁਣ ਇਹ ਵੋਟਾਂ ਵਾਲਾ ਮਸਲਾ ਨਿਕਲ ਗਿਆ ਤੇ ਉਸ ਤੋਂ ਬਾਅਦ ਸਰਕਾਰ ਬਣ ਗਈ ਨਵੀਂ ਤੇ ਸਾਨੂੰ ਉਮੀਦ ਆ ਕਿ ਉਹ ਫਿਰ ਸਾਡੇ ਵੱਲ ਧਿਆਨ ਨਹੀਂ ਦੇਣਗੇ, ਸਾਡੀ ਜਿਹੜੀ ਰੈਗੂਲਰਾਈਜੇਸ਼ਨ ਆ ਉਹ ਨਹੀਂ ਹੋ ਪਾਏਗੀ, ਕਿਉਂਕਿ ਸਾਡੇ ਬਹੁਤ ਸਾਰੇ ਸਟਾਫ ਮੈਂਬਰਸ ਇੱਦਾਂ ਦੇ ਆ ਜਿਹੜੇ ਪਿਛਲੇ 7 ਸਾਲਾਂ ਵਿੱਚ ਰੈਗੂਲਰਾਈਜੇਸ਼ਨ ਨਾ ਹੋਣ ਕਰਕੇ ਇੱਥੋਂ ਛੱਡ ਕੇ ਜਾ ਚੁੱਕੇ ਆ ਤੇ ਹੋਰ ਵੀ ਛੱਡ ਕੇ ਜਾ ਸਕਦੇ ਆ ਜੇਕਰ ਇਹ ਮੁੱਦਾ ਇੱਦਾਂ ਹੀ ਰਿਹਾ ਤਾਂ। ਤੇ ਜੇਕਰ ਸਰ ਗੱਲ ਕਰੀਏ ਕਿ ਸਰਕਾਰਾਂ ਦੀ, ਜਿਸ ਵਕਤ ਅਸੀਂ ਗੱਲ ਕਰਦੇ ਹਾਂ, ਕਿਸੇ ਸਰਕਾਰੀ ਆਗੂ ਤੇ ਕਿਸੇ ਲੀਡਰ ਤੇ ਭਰੋਸਾ ਰਹਿ ਗਿਆ ਕਿ ਤੁਹਾਡਾ ਜਿਹੜਾ ਮਸਲਾ ਹੈ ਹੱਲ ਕਰਕੇ ਦੇਣਗੇ? ਨਹੀਂ ਮੈਮ, ਸਾਨੂੰ ਕੋਈ ਭਰੋਸਾ ਨਹੀਂ ਹੈ ਕਿਸੇ ਸਰਕਾਰ ਤੇ। ਅਸੀਂ 7 ਸਾਲਾਂ ਤੋਂ ਕੰਟਰੈਕਟ ਤੇ ਨੌਕਰੀ ਕਰ ਰਹੇ ਹਾਂ। ਸਾਡਾ ਜਿਹੜਾ ਪ੍ਰੋਸੀਜਰ ਸੀਗਾ ਸਭ ਤੋਂ ਟਫ ਸੀਗਾ। ਪਹਿਲਾਂ ਸਾਡਾ ਪੇਪਰ ਹੋਇਆ, ਸਾਡੀ ਡੈਮੋ ਹੋਈ, ਇੰਟਰਵਿਊ ਹੋਇਆ। ਪੰਜਾਬ 'ਚ ਜਿੰਨੇ ਵੀ ਐਗਜ਼ਾਮ ਹੁੰਦੇ ਸਭ ਤੋਂ ਔਖਾ ਸੀਗਾ ਸਾਡਾ ਪ੍ਰੋਸੀਜਰ। ਅਸੀਂ ਹਜੇ ਵੀ ਕੰਟਰੈਕਟ ਤੇ ਹੀ ਨੌਕਰੀ ਕਰ ਰਹੇ ਹਾਂ। ਸਾਨੂੰ ਕਿਸੇ ਵੀ ਸਰਕਾਰ ਤੋਂ ਕੋਈ ਉਮੀਦ ਨਹੀਂ ਹੈ, ਪਰ ਅਸੀਂ ਆਸ ਕਰਦੇ ਹਾਂ ਕਿ ਸਾਨੂੰ ਜਾਣ ਤੋਂ ਪਹਿਲਾਂ ਪੱਕੇ ਕਰਕੇ ਜਾਏ। ਅਸੀਂ ਇਹੀ ਆਸ ਰੱਖਦੇ ਹਾਂ ਸਰਕਾਰ ਤੋਂ। ਬਿਲਕੁਲ। ਤੇ ਜਿਸ ਵਕਤ ਗੱਲ ਕਰਦੇ ਹਾਂ ਸਰ ਟਵੀਟਸ ਦੀ, ਜਾਂ ਆਪਾਂ ਗੱਲ ਕਰਦੇ ਹਾਂ ਫੇਸਬੁੱਕ ਪੋਸਟ ਦੀ, ਲਗਾਤਾਰ ਪ੍ਰਗਟ ਸਿੰਘ ਸਾਹਿਬ ਦੀ ਮਨੀਸ਼ ਸਿਸੋਦੀਆ ਨਾਲ ਵੀ ਬਹਿਸ ਹੁੰਦੀ ਰਹਿੰਦੀ ਹੈ। ਕੱਲ ਨਵਜੋਤ ਸਿੰਘ ਸਿੱਧੂ ਸਾਹਿਬ ਪਹੁੰਚਦੇ ਨੇ ਕੇਜਰੀਵਾਲ ਸਾਹਿਬ ਦੇ ਘਰ ਦੇ ਬਾਹਰ, ਉੱਥੇ ਜਾ ਕੇ ਵੀ ਧਰਨੇ ਦੇ ਵਿੱਚ ਬਹਿੰਦੇ ਨੇ, ਨਾਅਰੇ ਲਾਉਂਦੇ ਨੇ। ਤੇ ਜੇਕਰ ਗੱਲ ਕਰੀਏ ਆਪਣੇ ਘਰ ਦੇ ਵਿੱਚ ਅਜਿਹੀਆਂ ਚੀਜ਼ਾਂ ਹੋ ਰਹੀਆਂ ਨੇ, ਇਹਦੇ ਬਾਰੇ ਕੀ ਕਹਿੰਦੇ ਹੋ? ਆਈ ਥਿੰਕ ਜਿਹੜੀ ਸਟੇਟਮੈਂਟ ਹੈ ਬਿਲਕੁਲ ਸਹੀ ਹੈ ਕਿ ਆਪਣੇ ਘਰ ਦਾ ਤੁਹਾਨੂੰ ਪਤਾ ਨਹੀਂ ਹੈਗਾ ਤੇ ਤੁਸੀਂ ਬਾਹਰ ਦੇ ਘਰ ਨੂੰ ਜਾ ਕੇ ਸਪੋਰਟ ਕਰ ਰਹੇ ਹੈਗੇ ਹੋ। ਤੇ ਮੇਰੇ ਹਿਸਾਬ ਨਾਲ ਤਾਂ ਕਿ ਸਰਕਾਰ ਨੂੰ, ਸਿੱਧੂ ਸਰ ਜੀ ਨੂੰ, ਮੈਨੂੰ ਤਾਂ ਇਹ ਰਿਕੁਐਸਟ ਹੈ ਕਿ ਜੇ ਤੁਸੀਂ ਸਪੋਰਟ ਕਰਨਾ ਹੈ ਤਾਂ ਐਟਲੀਸਟ ਆਪਣੇ ਸ਼ਿਕਸ਼ਕਾਂ ਨੂੰ ਕਰੋ, ਪੰਜਾਬ ਦਿਆਂ ਨੂੰ, ਜਿਨ੍ਹਾਂ ਨੂੰ ਇਸ ਟਾਈਮ ਤੇ ਰੈਗੂਲਰਾਈਜੇਸ਼ਨ ਹੋਣ ਦੀ ਬਹੁਤ ਜ਼ਿਆਦਾ ਲੋੜ ਹੈਗੀ ਹੈ। ਸਰ ਜਿਸ ਵਕਤ ਪੇ ਦੀ ਗੱਲ ਆਉਂਦੀ ਹੈ, ਤੁਸੀਂ ਕਹਿੰਦੇ ਹੋ ਕਿ ਬੇਸਿਕ ਪੇ ਤੇ ਉਹਨਾਂ ਨੇ ਤੁਹਾਨੂੰ ਸੱਦਿਆ, ਇਹਦੇ ਵਿੱਚ ਤਾਂ ਬਹੁਤ ਸਾਰੀਆਂ ਜਿਹੜੇ ਅਗਰ ਆਪਾਂ ਦੇਖੀਏ ਘਰ ਦੇ ਵਿੱਚ ਸਮੱਸਿਆਵਾਂ ਵੀ ਆਉਂਦੀਆਂ ਹੋਣਗੀਆਂ, ਘਰ ਦੇ ਵੀ ਬਹੁਤ ਹਾਲਾਤ ਵਿਗੜਦੇ ਹੋਣਗੇ। ਘਰ ਦੇ ਹਾਲਾਤ ਕਿਹੋ ਜਿਹੇ ਰਹਿੰਦੇ ਨੇ ਬੇਸਿਕ ਪੇ ਦੇ ਉੱਤੇ? ਕਿਉਂਕਿ ਕਿਹਾ ਜਾਂਦਾ ਆ ਕਿ 415 ਰੁਪਏ ਵਧਾ ਦਿੱਤੇ, ਕਿਤੇ 1000 ਰੁਪਇਆ ਵਧਾ ਦਿੱਤਾ। ਕੀ ਉਹ ਮਸਲਿਆਂ ਦਾ ਹੱਲ ਹੈਗਾ ਆ? ਦੇਖੋ ਸਾਡਾ ਸਾਰਾ ਹੀ ਸਟਾਫ ਉਹ ਇੱਕ ਮਤ ਹੈ ਇਸ ਚੀਜ਼ ਬਾਰੇ ਕਿ ਚਾਹੇ 2 ਸਾਲ 3 ਸਾਲ ਔਖੇ ਕੱਟ ਲਈਏ ਲੇਕਿਨ ਅਸੀਂ ਰੈਗੂਲਰ ਹੋਣਾ। ਸੋ ਸਾਰਿਆਂ ਨੇ ਜਦੋਂ ਸਰਵਸੰਮਤੀ ਨਾਲ ਇਹ ਕਿਹਾ ਕਿ ਅਸੀਂ ਬੇਸਿਕ ਸੈਲਰੀ ਤੇ ਆਉਣ ਨੂੰ ਤਿਆਰ ਹਾਂ। ਡਿਫਿਕਲਟੀ ਸਾਨੂੰ ਬਹੁਤ ਹੋਏਗੀ, ਸਾਨੂੰ ਨਹੀਂ ਪਤਾ ਕਿ ਸਾਡਾ ਗੁਜ਼ਾਰਾ ਕਿੱਦਾਂ ਹੋਏਗਾ, ਕਿਉਂਕਿ 10-15 ਹਜ਼ਾਰ ਦੇ ਵਿੱਚ ਕਿੱਦਾਂ ਗੁਜ਼ਾਰਾ ਹੋਏਗਾ ਪਤਾ ਨਹੀਂ, ਲੇਕਿਨ ਸਾਰਾ ਹੀ ਸਟਾਫ ਇਸ ਬਾਰੇ ਇੱਕਮਤ ਆ ਕਿ ਅਸੀਂ ਇਸ ਕਸ਼ਟ ਨੂੰ ਝੇਲਣ ਲਈ ਤਿਆਰ ਹਾਂ ਜੇਕਰ ਸਾਨੂੰ ਰੈਗੂਲਰ ਕੀਤਾ ਜਾਵੇ। ਤੇ ਅਸੀਂ ਇਸ ਗੱਲ ਨੂੰ ਲਿਖ ਕੇ ਵੀ ਦਿੱਤਾ, ਆਨਲਾਈਨ ਕਲਿੱਕ ਵੀ ਕੀਤਾ ਸਾਰੇ ਸਟਾਫ ਨੇ, ਲੇਕਿਨ ਉਹਦੇ ਬਾਵਜੂਦ ਕਿਸ ਤਰ੍ਹਾਂ ਇਹਨਾਂ ਨੇ ਠੱਗੀ ਮਾਰ ਲਈ ਸਾਡੇ ਨਾਲ ਸਾਨੂੰ ਨਹੀਂ ਪਤਾ ਹੈਗਾ। ਹੁਣ ਜਿੱਦਾਂ ਤੁਸੀਂ ਕੱਲ ਗੱਲ ਕਰ ਰਹੇ ਸੀ ਕਿ ਨਵਜੋਤ ਸਿੰਘ ਸਿੱਧੂ ਜੀ ਦਿੱਲੀ ਗਏ ਆ, ਦੇਖੋ ਆਪ ਅਸੀਂ ਉਹਨਾਂ ਦੇ ਘਰ ਦੇ ਬਾਹਰ ਧਰਨਾ ਲਾਇਆ, ਸਾਨੂੰ ਉਹ ਮਿਲੇ ਨਹੀਂ ਤੇ ਆਪ ਉਹ ਦਿੱਲੀ ਜਾ ਕੇ ਦੂਸਰੀ ਪਾਰਟੀ ਨੂੰ ਸਿਰਫ ਪੋਲੀਟੀਕਲ ਗੇਨ ਲੈਣ ਵਾਸਤੇ ਉੱਥੇ ਜਾ ਕੇ ਉਹ ਗੇਮ ਖੇਡ ਰਹੇ ਸੀ, ਇਹ ਵਾਲੀ ਧਰਨਾ ਵੀ ਲਗਾ ਰਹੇ ਸੀ, ਨਾਲ ਨਾਅਰੇ ਵੀ ਲਾ ਰਹੇ ਸੀ ਉਹ। ਤੇ ਪੰਜਾਬ ਦੇ ਵਿੱਚ ਅਸੀਂ ਉਹਨਾਂ ਨੂੰ ਮਿਲਣ ਦੀ ਬੜੀ ਕੋਸ਼ਿਸ਼ ਕੀਤੀ ਆ, 1-2 ਵਾਰੀ ਸਾਨੂੰ ਮਿਲੇ ਵੀ ਆ ਜਦੋਂ ਅਸੀਂ ਪ੍ਰਗਟ ਸਿੰਘ ਜੀ ਨੂੰ ਮਿਲੇ ਆ ਚੰਡੀਗੜ੍ਹ ਦੇ ਵਿੱਚ, ਤੇ ਉਹਨਾਂ ਨੇ ਸਾਫ਼ ਕਿਹਾ ਕਿ ਤੁਹਾਡੀ ਡਿਮਾਂਡ ਜਾਇਜ਼ ਆ। ਡਿਮਾਂਡ ਜਾਇਜ਼ ਇਸ ਕਰਕੇ ਆ ਕਿਉਂਕਿ ਸਾਡਾ ਬਹੁਤ ਸਾਰਾ ਸਟਾਫ UGC ਕੁਆਲੀਫਾਈਡ ਆ, M.Ed ਕੁਆਲੀਫਾਈਡ ਆ, M.Phil ਕੁਆਲੀਫਾਈਡ ਆ, 골ਡ ਮੈਡਲਿਸਟ ਬੰਦੇ ਸਾਡੇ ਨਾਲ ਪੜ੍ਹਾ ਰਹੇ ਆ। ਸਾਡੇ ਤਕਰੀਬਨ 20-25 ਟੀਚਰ ਇੱਦਾਂ ਦੇ ਆ ਜਿਹੜੇ ਡਾਕਟਰੇਟ ਨੇ। ਸੋ ਇਸ ਤੋਂ ਵੱਧ ਕੁਆਲੀਫਿਕੇਸ਼ਨ ਮੈਨੂੰ ਨਹੀਂ ਲੱਗਦਾ ਕਿ ਕਿਸੇ ਹੋਰ ਸਟਾਫ ਦੀ ਜਾਂ ਕਿਤੇ ਵੀ ਹੈ। ਤੇ ਜੇ ਇਹ ਸਟਾਫ ਨਹੀਂ ਪੱਕਾ ਹੋ ਸਕਦਾ ਤੇ ਫਿਰ ਪਤਾ ਨਹੀਂ। ਔਰ ਇੱਕ ਵਾਰ ਹੋਰ ਮੈਂ ਕਹਿਣਾ ਚਾਹਾਂਗਾ ਕਿ ਸਿੱਧੂ ਜੀ ਨੇ ਵੀ, ਪ੍ਰਗਟ ਸਿੰਘ ਜੀ ਨੇ ਵੀ ਇਹ ਮੰਨਿਆ ਵਾ ਕਿ ਤੁਹਾਡੀ ਡਿਮਾਂਡ ਬਿਲਕੁਲ ਜਾਇਜ਼ ਆ ਤੇ ਗੌਰ ਕੀਤਾ ਜਾਏਗਾ ਤੇ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਇਸ ਚੀਜ਼ ਨੂੰ। ਸਾਡੀ ਮੌਜੂਦਗੀ 'ਚ ਉਹਨਾਂ ਨੇ ਇਹ ਕਿਹਾ ਹੈਗਾ, ਲੇਕਿਨ ਕਿਹੜੀ ਗੱਲ ਉਹਨਾਂ ਨੂੰ ਰੋਕ ਰਹੀ ਆ, ਕਿਹੜੀ ਗੱਲ ਤੇ ਉਹ ਮੁੱਕਰ ਰਹੇ ਆ, ਸਾਨੂੰ ਅੱਜ ਤੱਕ ਕੁਝ ਸਪਸ਼ਟੀਕਰਨ ਜਿਹੜਾ ਉਹ ਨਹੀਂ ਹੋਇਆ। ਤੇ ਅਸੀਂ ਇੰਨੇ ਪਰੇਸ਼ਾਨ ਆ, ਸੜਕਾਂ ਤੇ ਰੁਲ ਰਹੇ ਆ, ਇਹਦੇ ਬਾਵਜੂਦ ਕਿ ਕੁਆਲੀਫਿਕੇਸ਼ਨ ਦੇ ਵਿੱਚ ਅਸੀਂ ਕਿਸੇ ਨਾਲੋਂ ਵੀ ਘੱਟ ਨਹੀਂ ਹੈਗੇ। ਔਰ ਤੇ ਇੱਕ ਹੋਰ ਚੀਜ਼ ਕਹੀ ਜਾਂਦੀ ਹੈ, ਸਾਰੇ ਜਿਹੜੇ ਲੀਡਰ ਨੇ ਉਹ ਕਹਿੰਦੇ ਸੀਗੇ ਕਿ ਅਸੀਂ ਲੋਕਾਂ ਤੋਂ ਇੱਕ ਰਿਪੋਰਟ ਕਾਰਡ ਭਰਵਾਵਾਂਗੇ ਜਿਸ 'ਚ ਉਹ ਸਾਨੂੰ ਨੰਬਰ ਦੇਣਗੇ, ਮਾਰਕਸ ਦੇਣਗੇ। ਅੱਜ ਸਾਡੇ ਨਾਲ ਅਧਿਆਪਕ ਮੌਜੂਦ ਨੇ, ਅਧਿਆਪਕਾਂ ਤੋਂ ਵੱਧ ਕੇ ਚੰਗੇ ਮਾਰਕਸ ਕੋਈ ਨਹੀਂ ਦੇ ਸਕਦਾ ਤੇ ਤਜਰਬਾ ਬਹੁਤ ਵੱਡਾ ਹੁੰਦਾ ਹੈ ਮਾਰਕਸ ਦੇਣ 'ਚ। ਜੇਕਰ ਮੈਂ ਤੁਹਾਡੇ ਤੋਂ ਪੁੱਛਾਂ, ਕਾਂਗਰਸ ਸਰਕਾਰ ਦੇ ਇਸ ਜਿਹੜਾ ਇਹਨਾਂ ਨੇ ਟੈਨਿਓਰ ਇਹਨਾਂ ਨੇ ਬਿਤਾਇਆ ਹੈਗਾ ਪੰਜਾਬ ਦੇ ਵਿੱਚ, ਕਿੰਨੇ ਕੁ ਮਾਰਕਸ ਦਊਂਗੇ ਇਹਨਾਂ ਨੂੰ? ਦੇਖੋ ਜੀ 2-3 ਸਾਲ ਪਹਿਲਾਂ, 2-3 ਮਹੀਨੇ ਪਹਿਲਾਂ ਇਹ ਸਰਕਾਰ ਬਣੀ ਹੈ ਵਾਲੀ ਚੰਨੀ ਸਰਕਾਰ। ਉਦੋਂ ਤੋਂ ਸਾਡੀ ਉਮੀਦ ਜਿਹੜੀ ਆ ਜਾਗਣੀ ਸ਼ੁਰੂ ਹੋਈ ਕਿ ਇੱਕ ਇੱਦਾਂ ਦਾ ਮਾਹੌਲ ਬਣਿਆ ਸੀ ਕਿ ਸ਼ਾਇਦ ਇਹ ਲੋਕਾਂ ਦੀ ਗੱਲ ਸੁਣਨਗੇ। ਆਮ ਆਦਮੀ ਕਹਿੰਦੇ ਉਹ ਆਪਣੇ ਆਪ ਨੂੰ, ਸੜਕ ਤੇ ਜਾਂਦੇ ਜਾਂਦੇ ਲੋਕਾਂ ਨੂੰ ਮਿਲ ਰਹੇ ਆ, ਲੇਕਿਨ ਸਾਨੂੰ ਨਹੀਂ ਮਿਲੇ। ਇੱਥੇ ਗੱਲ ਹੋਰ ਮੈਂ ਦੱਸਣਾ ਚਾਹਾਂਗਾ ਕਿ ਚੰਨੀ ਸਾਹਿਬ ਜਿਹੜੇ ਆ ਉਹ ਬਠਿੰਡੇ ਸਕੂਲ ਸਾਡੇ ਆਏ ਸੀ ਮੈਰੀਟੋਰੀਅਸ, ਉਹਨਾਂ ਦੇ ਜਿਹੜਾ ਪੁਲਿਸ ਪਰਸਨਲ ਸੀਗੇ ਉਹਨਾਂ ਨੇ ਸਾਨੂੰ ਉਹਨਾਂ ਨੂੰ ਮਿਲਣ ਨਹੀਂ ਦਿੱਤਾ।
ਉੱਥੇ ਡੇਂਗੂ ਸੈਂਟਰ ਬਣਿਆ, ਉੱਥੇ ਆਏ ਸੀ, ਸਾਨੂੰ ਮਿਲੇ ਨਹੀਂ। ਸੋ ਸਾਨੂੰ ਉਸ ਗੱਲ ਤੇ ਯਕੀਨ ਨਹੀਂ ਆ ਰਿਹਾ ਕਿ ਇਹ ਵਾਕਈ ਆਮ ਆਦਮੀ ਹੈ ਕਿ ਨਹੀਂ ਹੈ, ਕਿਉਂਕਿ ਸਾਨੂੰ ਮਿਲੇ ਨਹੀਂ। ਅਸੀਂ ਤਾਂ ਆਮ ਆਦਮੀ ਹੈ ਨਾ, ਅਸੀਂ ਤਾਂ ਟੀਚਰਸ ਹੈਗੇ ਆ। ਤੇ ਇਸ ਤੋਂ ਪਹਿਲਾਂ ਕੈਪਟਨ ਸਰਕਾਰ ਸੀ, ਉਹਨਾਂ ਨੇ ਤਾਂ ਬਿਲਕੁਲ ਸਾਡੀ ਗੱਲ ਹੀ ਨਹੀਂ ਸੁਣੀ। ਅਸੀਂ ਕੈਪਟਨ ਸਰਕਾਰ ਦੇ ਹੁੰਦਿਆਂ ਹੋਇਆਂ ਅਸੀਂ ਬੜੀ ਵਾਰੀ ਉਹਨਾਂ ਦੇ ਘਰ ਪਟਿਆਲੇ ਗਏ ਆ ਤੇ ਨਿਰਾਸ਼ ਹੋ ਕੇ ਲੌਟੇ ਆ। ਇੱਕ ਵਾਰੀ ਬਾਰਿਸ਼ ਦਾ ਮਾਹੌਲ ਸੀ, ਉਦੋਂ ਵੀ ਖੜੇ ਰਹੇ, ਟੀਚਰਸ ਡੇ ਤੇ ਗਏ, ਰੱਖੜੀ ਵਾਲੇ ਦਿਨ ਗਏ, ਲੇਕਿਨ ਨਿਰਾਸ਼ ਹੋ ਕੇ ਅਸੀਂ ਵਾਪਸ ਆਏ। ਮੀਟਿੰਗ ਮਿਲੀ ਸਾਨੂੰ, ਲੇਕਿਨ ਮੀਟਿੰਗ ਵਿੱਚ ਕੋਈ ਹੱਲ ਨਹੀਂ ਹੋਇਆ ਸਾਡਾ। ਮੀਟਿੰਗ ਸਾਨੂੰ ਬਹੁਤ ਮਿਲੀਆਂ ਔਰ ਪਰ ਹੱਲ ਕੋਈ ਨਹੀਂ ਹੋਇਆ ਸਾਡਾ। ਹੱਲ ਕੋਈ ਨਹੀਂ ਹੋਇਆ ਤੇ 10 ਵਿੱਚੋਂ ਕਿੰਨੇ ਮਾਰਕਸ ਦਿੰਦੇ ਹੋ ਕਾਂਗਰਸ ਸਰਕਾਰ ਨੂੰ? ਦੇਖੋ, ਜਦੋਂ ਤੱਕ ਤਾਂ ਕਾਂਗਰਸ ਸਰਕਾਰ ਸਾਡਾ ਇਸ ਫੈਸਲੇ ਦਾ ਹੱਲ ਨਹੀਂ ਕਰਦੀ, ਅਸੀਂ ਤਾਂ 0 ਨੰਬਰ ਹੀ ਦੇਵਾਂਗੇ। ਕਿਉਂਕਿ ਓਵਰਆਲ ਦੇਖਿਆ ਜਾਵੇ ਤੇ ਪੰਜਾਬ ਨੂੰ ਸਿਰਫ ਲੁੱਟਿਆ ਹੈ ਇਹਨਾਂ ਨੇ, ਹੋਰ ਕੁਝ ਨਹੀਂ ਕੀਤਾ ਹੈਗਾ। ਤੇ ਜਦੋਂ ਦੀ ਇਹ ਸਰਕਾਰ ਆਈ ਹੈ, ਜਿਹੜੀਆਂ ਉਮੀਦਾਂ ਸੀਗੀਆਂ ਹੁਣ ਖਤਮ ਹੁੰਦੀਆਂ ਜਾ ਰਹੀਆਂ, ਕਿਉਂਕਿ ਹਾਲੇ ਤੱਕ ਸਿਰਫ ਲਾਰੇ ਆ ਲੋਕ। ਐਲਾਨਜੀਤ ਸਿੰਘ ਚੰਨੀ ਕਹਿਣ ਲੱਗ ਪਏ ਆ, ਕਿਉਂਕਿ ਐਲਾਨ ਕਰੀ ਜਾ ਰਹੇ ਲੇਕਿਨ ਕਰ ਕੁਝ ਨਹੀਂ ਰਹੇ। ਉਸ ਤੋਂ ਬਾਅਦ ਜੇਕਰ ਅਕਾਲੀ ਦਲ ਨੂੰ ਦੇਣੇ ਹੋਣ ਮਾਰਕਸ ਤੇ ਅਕਾਲੀ ਦਲ ਨੂੰ ਕਿੰਨੇ ਦਵੋਗੇ? ਦੇਖੋ, ਇੰਨਾ ਕ੍ਰੈਡਿਟ ਉਹਨਾਂ ਨੂੰ ਜ਼ਰੂਰ ਦੇਵਾਂਗੇ ਕਿ ਉਹਨਾਂ ਨੇ ਇਹ ਸਕੂਲ ਖੋਲ੍ਹੇ ਸੀ, ਉਹਨਾਂ ਦੀ ਸਰਕਾਰ ਦੇ ਦੌਰਾਨ ਇਹ ਸਕੂਲ ਖੋਲ੍ਹੇ ਗਏ ਸੀ। ਲੇਕਿਨ ਉਹਨਾਂ ਤੋਂ ਵੀ ਸਾਨੂੰ ਇਸ ਗੱਲ ਦਾ ਖਦਸ਼ਾ ਰਹਿ ਗਿਆ ਕਿ ਉਹ ਵੀ ਜਾਂਦੇ ਜਾਂਦੇ ਸਾਨੂੰ ਰੈਗੂਲਰ ਕਰ ਸਕਦੇ ਸੀ, ਲੇਕਿਨ ਨਹੀਂ ਕੀਤਾ। ਕਿੰਨੇ ਮਾਰਕਸ ਫਿਰ ਉਹਨਾਂ ਨੂੰ ਵੀ ਦੇਖੋ ਜੀ, ਅਸੀਂ ਫਿਰ ਉਸ ਹਿਸਾਬ ਨਾਲ ਤਾਂ ਅਸੀਂ ਉਹਨਾਂ ਨੂੰ ਮੇਬੀ 3-4 ਆਊਟ ਆਫ 10। ਤੇ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਆਣਾ ਚਾਹੁੰਦੀ ਹੈ, ਉਹ ਤੋਂ ਕੋਈ ਉਮੀਦ ਰੱਖਦੇ ਹੋ ਉਹਨਾਂ ਨੂੰ ਮਾਰਕਸ ਦਿੱਤੇ ਜਾ ਸਕਦੇ ਨੇ? ਜੋ ਉਮੀਦ ਸਾਨੂੰ ਹੁਣ ਵਾਣਾ ਇਲੈਕਸ਼ਨ ਤੋਂ ਪਹਿਲਾਂ, ਉਹ ਬਾਅਦ ਚੋਂ ਨਹੀਂ ਰਹਿਣੀ। ਜੇ ਸੱਚ ਦੱਸੀਏ ਤਾਂ ਸਾਨੂੰ ਉਮੀਦ ਇਹ ਆ ਕਿ ਇਲੈਕਸ਼ਨ ਦਾ ਟਾਈਮ ਆ, ਕੋਡ ਆਫ ਕੰਡਕਟ ਲੱਗਣ ਵਾਲਾ ਆ, ਸਰਕਾਰ ਨੂੰ ਇੱਕ ਉਹਦੇ ਉੱਤੇ ਇੱਕ ਪ੍ਰੈਸ਼ਰ ਹੈਗਾ ਕਿ ਆਪਾਂ ਕੁਝ ਲੋਕਾਂ ਵਾਸਤੇ ਕਰ ਲਈਏ, ਨਹੀਂ ਤਾਂ ਅਸੀਂ ਜਾ ਰਹੇ ਹਾਂ। ਸੋ ਅਗਰ ਹੁਣ ਹੋ ਜਾਏਗਾ ਤੇ ਸਾਡੇ ਲਈ ਵੀ ਬੈਟਰ ਆ, ਸਰਕਾਰ ਲਈ ਵੀ ਬੈਟਰ ਆ। ਪਰ ਸਾਡੀ ਉਮੀਦ ਘਟਦੀ ਜਾ ਰਹੀ, ਜਿੱਦਾਂ ਸਰ ਨੇ ਦੱਸਿਆ, ਸਾਡੀ ਉਮੀਦ ਘਟਦੀ ਜਾ ਰਹੀ ਹੈ। ਸਾਡੇ ਨਾਲ ਮੈਮ ਵੀ ਮੌਜੂਦ ਨੇ। ਮੈਮ, ਮਾਰਕਸ ਦੀ ਗੱਲ ਕਰ ਲੈਂਦੇ ਆ, ਤੁਸੀਂ ਕਾਂਗਰਸ ਸਰਕਾਰ ਨੂੰ ਕਿੰਨੇ ਮਾਰਕਸ ਦਵੋਗੇ? ਕਾਂਗਰਸ ਸਰਕਾਰ ਨੇ ਦੇਖੋ ਜਿਹੜੀ ਉਮੀਦ ਸਾਨੂੰ ਸੀਗੀ ਕਿ ਸਾਨੂੰ ਰੈਗੂਲਰ ਕਰਨਗੇ, ਬਟ ਉਹ ਨਹੀਂ ਹੋ ਪਾਇਆ ਤੇ ਸਾਡੇ ਲਈ ਤਾਂ 0 ਹੀ ਹੈ। ਤੇ ਅਕਾਲੀ ਦਲ ਟਾਈਮ ਸਾਡੇ ਸਕੂਲ ਜਦੋਂ ਬਣੇ ਸੀਗੇ, ਉਹਨਾਂ ਨੇ ਸਕੂਲ ਨੂੰ ਅਪਗ੍ਰੇਡ ਜ਼ਰੂਰ ਕੀਤਾ ਹੈਗਾ, ਕਿਉਂਕਿ ਉਹਨਾਂ ਨੇ ਗਰੀਬ ਬੱਚਿਆਂ ਲਈ ਸਕੂਲ ਖੋਲ੍ਹਿਆ ਤੇ ਇਹ ਕੰਮ ਉਹਨਾਂ ਨੇ ਬਹੁਤ ਵਧੀਆ ਕੀਤਾ। ਲੇਕਿਨ ਜਾਂਦੇ ਜਾਂਦੇ ਗੱਲ ਸਹੀ ਹੈ ਕਿ ਉਹਨਾਂ ਨੇ ਸਾਨੂੰ ਵੀ ਪੱਕਾ ਨਹੀਂ ਕੀਤਾ ਤੇ ਉਹਨਾਂ ਲਈ ਤਾਂ ਮੈਂ 4 ਜਾਂ 5 ਮਾਰਕਸ ਦੂੰਗੀ। ਤੇ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਹੈ ਅਸੀਂ ਦਿੱਲੀ ਦੇ ਵਿੱਚ ਬਹੁਤ ਤਰੱਕੀ ਕਰ ਦਿੱਤੀ ਹੈ, ਸਕੂਲ ਸੁਧਾਰ ਦਿੱਤੇ ਨੇ, ਉਹਨਾਂ ਤੋਂ ਕੋਈ ਉਮੀਦ ਹੈਗੀ ਹੈ ਉਹਨਾਂ ਨੂੰ ਮਾਰਕਸ ਦਿੱਤੇ ਜਾ ਸਕਦੇ ਨੇ ਥੋੜੇ ਵੱਧ? ਉਹ ਤਾਂ ਜਦੋਂ ਸਰਕਾਰ ਆਏਗੀ ਉਦੋਂ ਪਤਾ ਲੱਗੇਗਾ ਕਿ ਉਹ ਸਾਡੇ ਲਈ ਕੀ ਕਰਦੇ, ਬਟ ਆਈ ਹੋਪ ਕਿ ਸਾਨੂੰ ਕਾਂਗਰਸ ਸਰਕਾਰ ਜਾਂਦੇ ਜ਼ਰੂਰ ਰੈਗੂਲਰ ਕਰਕੇ ਜਾਵੇ, ਇਹ ਮੇਰੀ ਉਮੀਦ ਹੈਗੀ ਹੈ। ਮੈਮ, ਤੁਹਾਡੇ ਤੋਂ ਵੀ ਇਹੀ ਸਵਾਲ ਹੈ ਮੇਰਾ ਕਿ ਤੁਸੀਂ ਕਿੰਨੇ ਕੁ ਮਾਰਕਸ ਦਵੋਗੇ ਇਹ ਸਰਕਾਰਾਂ ਨੂੰ ਜਿਹੜੀਆਂ ਸਾਡੇ ਉੱਤੇ ਰੂਲ ਕਰ ਚੁੱਕੀਆਂ ਨੇ ਲੇਕਿਨ ਹੱਲ ਕੋਈ ਨਹੀਂ ਕੱਢ ਕੇ ਦਿੱਤਾ? ਕਾਂਗਰਸ ਸਰਕਾਰ ਨੂੰ ਕਿੰਨੇ ਦਿੰਦੇ ਹੋ? ਮੈਮ, ਫਿਲਹਾਲ ਤੇ ਜਦੋਂ ਤੱਕ ਸਾਨੂੰ ਰੈਗੂਲਰ ਨਹੀਂ ਕਰਦੇ ਤੇ ਸਾਡੇ ਲਈ ਤਾਂ 0 ਹੀ ਹੈ। ਕਿ ਅਗਰ ਸਾਨੂੰ ਰੈਗੂਲਰ ਕਰ ਦਿੰਦੇ ਤਾਂ ਫਿਰ ਅਸੀਂ ਕਹਿ ਸਕਦੇ ਸੀ ਕੁਝ ਮਾਰਕਸ ਵਗੈਰਾ ਦੇ ਸਕਦੇ ਹਾਂ। ਸਾਡੇ ਲਈ ਇਹਨਾਂ ਨੇ ਕੁਝ ਨਹੀਂ ਕੀਤਾ, ਇਸ ਕਰਕੇ ਅਸੀਂ ਕੁਝ ਨਹੀਂ ਕਹਿ ਸਕਦੇ। ਤੇ ਕਦੀ ਉਮੀਦ ਲੱਗਦੀ ਹੈ, ਕਿਉਂਕਿ ਚੰਨੀ ਸਾਹਿਬ ਲਗਾਤਾਰ ਕਹਿੰਦੇ ਨੇ ਕਿ ਅਸੀਂ ਆਮ ਆਦਮੀ ਵਾਂਗੂ ਰਹਿੰਦੇ ਆ ਅਸੀਂ। ਉਹ ਤਾਂ ਕਹਿੰਦੇ ਨੇ ਕਿ ਮੈਂ ਟੈਂਟ ਵੀ ਬੰਨੇ ਆ, ਮੈਂ ਸਭ ਕੰਮ ਆਮ ਲੋਕਾਂ ਵਾਂਗੂ ਕੀਤੇ ਆ। ਉਮੀਦ ਕਰਦੇ ਹੋ ਕਿ ਤੁਹਾਡੇ ਨਾਲ ਵੀ ਕੋਈ ਆਮ ਲੋਕਾਂ ਵਾਲਾ ਡੀਲ ਕਰਕੇ ਤੁਹਾਡੇ ਨਾਲ ਮਿਲਣਗੇ ਤੇ ਤੁਹਾਨੂੰ ਪੱਕਾ ਕਰਨਗੇ? ਮੈਮ, ਕਿਹਾ ਤਾਂ ਕੁਝ ਨਹੀਂ ਜਾ ਸਕਦਾ ਕਿਉਂਕਿ ਨੋਟੀਫਿਕੇਸ਼ਨ ਤਾਂ ਸਾਡਾ 2018 ਤੋਂ ਹੀ ਜਾਰੀ ਹੋਇਆ ਸੀ, ਬਟ ਜਿਹਦਾ ਕਿ ਕਹਿ ਲਓ 2021 ਚੱਲ ਰਿਹਾ ਤੇ ਹਜੇ ਤੱਕ ਕੁਝ ਸਾਨੂੰ ਆਸ਼ਾ ਤਾਂ ਨਹੀਂ ਹੈਗੀ ਹੈ। ਸੋ ਜਦੋਂ ਤੱਕ ਉਹ ਕੁਝ ਕਰਦੇ ਨਹੀਂ ਆਪਾਂ ਕੁਝ ਕਹਿ ਵੀ ਨਹੀਂ ਸਕਦੇ ਆ। ਤੇ ਇਹ ਹੈ ਕਿ ਜਾਂਦੇ ਜਾਂਦੇ ਜੇ ਸਰਕਾਰ ਕਰਦੇ ਤਾਂ ਬਹੁਤ ਵਧੀਆ ਸਾਡੇ ਵਾਸਤੇ, ਕਮਿੰਗ ਤਾਂ ਫਿਰ ਨਵੀਂ ਸਰਕਾਰ ਤੋਂ ਹੀ ਹੋਪ ਹੈ। ਹਾਂ, ਜਦ ਤੱਕ ਉਹ ਨਹੀਂ ਕੁਝ ਕਰਦੇ ਉਦੋਂ ਤੱਕ ਆਪਾਂ ਕੁਝ ਕਹਿ ਨਹੀਂ ਸਕਦੇ ਫਿਰ। ਬਿਲਕੁਲ। ਤੇ ਇਹ ਤੁਸੀਂ ਦੇਖਿਆ, ਇਹ ਸਰਕਾਰਾਂ ਤੋਂ ਉਮੀਦਾਂ ਨੇ ਲੋਕਾਂ ਦੀਆਂ। ਜੇਕਰ ਅਸੀਂ ਰਿਪੋਰਟ ਕਾਰਡ ਦੀ ਗੱਲ ਕਰੀਏ ਤੇ ਕਾਂਗਰਸ ਸਰਕਾਰ ਨੂੰ ਅਧਿਆਪਕਾਂ ਵੱਲੋਂ 0 ਨੰਬਰ ਦਿੱਤਾ ਗਿਆ ਹੈਗਾ ਆ। ਉਸ ਤੋਂ ਬਾਅਦ ਹੋਰ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਪੁਆਇੰਟਾਂ ਤੇ ਪਾਸ ਜ਼ਰੂਰ ਕੀਤਾ ਗਿਆ, ਲੇਕਿਨ ਜਿਹੜੇ ਪਾਸ ਹੋਣ ਦੇ ਹਾਲਾਤ ਜਿਹੜੇ ਆ ਸਾਰੀ ਸਰਕਾਰਾਂ ਦੇ ਜਿਹੜੇ ਨੇ ਔਖੇ ਨੇ। ਸਰ, ਜਾਂਦੇ ਜਾਂਦੇ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ, ਜਿਹੜੇ ਸਿਆਸੀ ਆਗੂ ਤੁਹਾਨੂੰ ਦੇਖ ਰਹੇ ਨੇ, ਉਹਨਾਂ ਨੂੰ ਤੁਹਾਡਾ ਕੀ ਸੁਨੇਹਾ ਹੈਗਾ ਆ? ਸਾਡਾ ਸੁਨੇਹਾ ਇਹੀ ਹੈ ਜੀ, ਦੇਖੋ ਆਪਾਂ ਕਹਿੰਦੇ ਆ ਟੀਚਰ ਇਜ਼ ਅ ਨੇਸ਼ਨ ਬਿਲਡਰ, ਤੇ ਜੇ ਤੁਹਾਡਾ ਨੇਸ਼ਨ ਬਿਲਡਰ ਸੜਕਾਂ ਤੇ ਰੁਲ ਰਿਹਾ ਵਾ, ਤੁਸੀਂ ਦੇਖੋ ਕਿ ਸਾਰੇ ਹੀ ਸਟੇਟ ਦੇ ਵਿੱਚ ਇਸ ਵੇਲੇ ਪ੍ਰੋਟੈਸਟ ਚੱਲ ਰਹੇ ਆ, ਚਾਹੇ ਉਹ ਕੰਪਿਊਟਰ ਅਧਿਆਪਕ ਹੋਣ ਤੇ ਚਾਹੇ ਉਹ ਮੈਰੀਟੋਰੀਅਸ ਟੀਚਰਸ ਨੇ। ਸੋ ਸਾਡਾ ਸੰਦੇਸ਼ ਇਹੀ ਆ ਕਿ ਤੁਸੀਂ ਟੀਚਰਸ ਨੂੰ ਜੇ ਥੀਰੀ ਵਿੱਚ ਕਹਿੰਦੇ ਹੋ ਕਿ ਨੇਸ਼ਨ ਬਿਲਡਰ ਆ ਤੇ ਪ੍ਰੈਕਟੀਕਲੀ ਵੀ ਉਹਨੂੰ ਕਰਕੇ ਦਿਖਾਓ। ਪਰ ਪ੍ਰੈਕਟੀਕਲੀ ਉਹ ਹੋ ਨਹੀਂ ਰਿਹਾ ਇਸ ਵੇਲੇ ਪੰਜਾਬ ਵਿੱਚ ਖਾਸ ਤੌਰ ਤੇ, ਕਿਉਂਕਿ ਬਾਕੀ ਸਟੇਟਸ ਦੇ ਵਿੱਚ ਉਹ ਹਾਲ ਨਹੀਂ ਹੈ ਟੀਚਰਸ ਦਾ ਜੋ ਇਸ ਵੇਲੇ ਪੰਜਾਬ ਦੇ ਵਿੱਚ ਆ।
ਹਰ ਬੰਦੇ ਨੂੰ ਪੱਕਾ ਹੋਣ ਲਈ ਪਹਿਲਾਂ ਧਰਨਾ ਮੁਜ਼ਾਹਰਾ ਕਰਨਾ ਪੈਂਦਾ ਹੈਗਾ, ਫਿਰ ਉਹ ਪੱਕਾ ਹੁੰਦਾ। ਇਸ ਦੇ ਬਜਾਏ ਹਰ ਬੰਦੇ ਨੂੰ ਰੈਗੂਲਰ ਭਰਤੀ ਕੀਤਾ ਜਾਵੇ ਔਰ ਉਹਦਾ ਬਣਦਾ ਹੱਕ ਉਹਨੂੰ ਦਿੱਤਾ ਜਾਵੇ। ਇਹ ਤੁਸੀਂ ਗੱਲ ਕੀਤੀ ਅਧਿਆਪਕਾਂ ਨਾਲ, ਜਿਨ੍ਹਾਂ ਨੇ ਦੱਸਿਆ ਕਿ ਭਾਵੇਂ ਉਹ ਕੋਈ ਵੀ ਵਰਗ ਹੋਵੇ ਲੋਕਾਂ ਦਾ, ਉਹ ਸਾਰੇ ਧਰਨਿਆਂ ਤੇ ਬੈਠੇ ਨੇ ਤੇ ਜਿਹੜੇ ਨੇਸ਼ਨ ਬਿਲਡਰਸ ਨੇ ਉਹ ਵੀ ਇਸ ਤਰੀਕੇ ਨਾਲ ਜਿਹੜੀਆਂ ਆਪਣੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਬੈਠੇ ਨੇ। ਤੇ ਅੱਜ ਤੁਹਾਨੂੰ ਅਸੀਂ ਇੱਕ ਰਿਪੋਰਟ ਕਾਰਡ ਜ਼ਰੂਰ ਪੇਸ਼ ਕੀਤਾ ਜਿਹੜਾ ਲੋਕਾਂ ਦੀ ਅਦਾਲਤ ਦੇ ਵਿੱਚ ਆ ਕੇ ਹਰ ਵਾਰ ਜਿਹੜੇ ਵਾਅਦੇ ਕੀਤੇ ਜਾਂਦੇ ਨੇ, ਬਹੁਤ ਵੱਡੇ ਵੱਡੇ ਇਸ਼ਤਿਹਾਰਾਂ ਦੇ ਰਾਹੀਂ ਵਾਅਦੇ ਕੀਤੇ ਜਾਂਦੇ ਨੇ, ਵੱਡੇ ਵੱਡੇ ਬਿਆਨ ਦਿੱਤੇ ਜਾਂਦੇ ਨੇ, ਉਹਨਾਂ ਦਾ ਇੱਕ ਛੋਟਾ ਜਿਹਾ ਰਿਪੋਰਟ ਕਾਰਡ ਜਿਹੜਾ ਸੀਗਾ ਅਸੀਂ ਆਪਣੇ ਦਰਸ਼ਕਾਂ ਦੇ ਮੋਹਰੇ ਲੈ ਕੇ ਆਏ ਆ। ਇਹ ਹੁਣ ਦਰਸ਼ਕਾਂ ਦਾ ਆਪਣਾ ਇੱਕ ਵਿਊ ਪੁਆਇੰਟ ਹੈਗਾ ਆ, ਜ਼ਰੂਰ ਸਾਡੇ ਨਾਲ ਸਾਂਝਾ ਕਰਨਾ ਕਿ ਕਿਹੋ ਜਿਹਾ ਲੱਗਾ ਇਹ ਰਿਪੋਰਟ ਕਾਰਡ ਤੇ ਹੁਣ ਜਿਹੜੀਆਂ ਸਰਕਾਰਾਂ ਨੇ ਉਹਨਾਂ ਤੋਂ ਕੀ ਉਮੀਦ ਕਰਦੇ ਹੋ ਤੇ ਜਿਹੜੀ 2022 ਦੀ ਆਪਣੀ ਬਣਦੀ ਵੋਟ ਹੈਗੀ ਹੈ ਕਿਹੜੇ ਮੁੱਦੇ ਤੇ ਕਿਹੜੇ ਸਵਾਲ ਨੂੰ ਦੇਖਦੇ ਹੋਏ ਪਾਈ ਜਾਏਗੀ। ਕੈਮਰਾਮੈਨ ਸੂਰਜ ਦੇ ਨਾਲ ਅਨੂਜਾ ਸ਼ਰਮਾ, ਦੇਸ਼ ਪ੍ਰਦੇਸ਼ ਟੀਵੀ, ਜਲੰਧਰ।